ਖਾਣੇ ਦਾ ਕਿ ਸੁਣਵਾਈ ਨਹੀਂ ਸੀਗੀ। ਹੁਣ ਉਹੋ ਹੀ ਚੱਕਰ, ਅਸੀਂ ਰੋਜ਼ ਜਾਣਾ, ਅਸੀਂ ਅਹੁਦੇਦਾਰ, ਸਾਨੂੰ ਮੈਂਬਰਾਂ ਨੇ ਮਾਰਨੀਆਂ ਚੀਕਾਂ, ਅਸੀਂ ਡੀਸੀ ਸਾਹਿਬ ਨੂੰ ਕਹਿਣਾ ਬਦਲੋ, ਉਹ ਬਦਲਦੇ ਨਹੀਂ ਗੈਟਰ। ਮੈਂ ਕੰਪਲੇਂਟਾਂ ਨਹੀਂ ਸੁਣ ਸਕਦਾ ਸਰ, ਕਿਉਂਕਿ ਦੇਖੋ ਆਰਡਰ ਤੁਸੀਂ ਕਰੋ, ਕੰਪਲੇਂਟਾਂ मैं सुना, या तो कंप्लेंटा भी तुम सुनो, तो ऑर्डर जिन्हें मर्जी करो। जय हिंद जय भारत दोस्तों, आप देख रहे हैं लाइव भारत। मैं हूं आपका दोस्त सवर शुक्ला। आज हम अमृतसर के एक ऐसे मुद्दे को लेकर आपके रूबरू हुए हैं कि ये मुद्दा बहुत बड़ा है और सबसे बड़ी बात है कि ज़िले का मालिक डिप्टी कमिश्नर होता है और ये मुद्दा जुड़ा है ज़िले के मालिक यानी कि डिप्टी कमिश्नर के साथ और गुरप्रीत सिंह खैरा। और सबसे बड़ी बात ये भी है कि ये जुड़ा है मामला हेरिटेज क्लब के साथ और हेरिटेज क्लब में करीब 1500 मेंबरशिप है। लेकिन कोरोना के संकट काल में सभी क्लब बंद रहे तो हेरिटेज क्लब भी बंद रहा, लेकिन जब संजीवनी मिली और चलने को शुरू हुआ तो इसमें तमाम अब उतार चढ़ाव आ गए हैं। और सबसे बड़ी बात है मैनेजमेंट को लेकर कई सुर अब सामने आने लगे हैं और ऐसे ही एक सुर है हमारे साथ लखनपाल जी, तो हम उनसे बात करेंगे लखनपाल जी से। और लखनपाल जी, 27 साल आपने जिस संस्थान को अपने हाथों से बड़ा किया, 50,000 से मेंबरशिप 1.5 लाख और लाखों में गई, सिफारिशों में गई, तो आज ये बंदा खफा क्यों है? और सबसे बड़ी बात है कि डिप्टी कमिश्नर जो यहाँ के क्लब के सर्वे शर्मा हैं, वो आपकी बात यानी कि रोहित लखनपाल या हम प्रदीप सैनी की बात करें, अमृतसर बार एसोसिएशन के प्रेसिडेंट कई बार रहे हैं, तो आप लोगों की बात डिप्टी कमिश्नर मानते ही नहीं या आप मिले ही नहीं? देखो जी, पहले तो सब देखने वालों को मेरा नमस्कार। ये एक ऐसा मुद्दा बन गया जी, ये तो एक ਇਹੋ ਜਿਹਾ ਮੁੱਦਾ ਬਣ ਗਿਆ ਹੈ ਕਿ ਸਾਨੂੰ ਆਪ ਨਹੀਂ ਸਮਝ ਆ ਰਹੀ ਕਿ ਵੀ ਇਹ 'ਚ ਡੀਸੀ ਸਾਹਿਬ ਦਾ ਕੀ ਇੰਟਰਸਟ ਹੈ, ਪਹਿਲੀ ਗੱਲ ਤੇ। ਦੂਸਰੀ ਗੱਲ ਇਹ ਹੈ ਕਿ ਅੱਜ 1 ਸਾਲ ਹੋ ਗਿਆ ਮੈਨੂੰ ਡੀਸੀ ਸਾਹਿਬ ਕੋਲ ਰੈਗੂਲਰ ਜਾਂਦਿਆਂ। ਰੈਗੂਲਰ ਉਹਨਾਂ ਨਾਲ ਮੇਰੇ ਪੱਤਰ ਵਿਹਾਰ ਹੁੰਦਾ ਹੈ, ਰਿਟਰਨ ਜਾਂਦਾ, ਮੇਰੀ ਲੈਟਰਾਂ ਜਾਂਦੀਆਂ, ਉਹਦਾ ਜਵਾਬ ਪਹਿਲਾਂ ਦਿੰਦੇ ਸੀ। ਫਿਰ ਉਸ ਤੋਂ ਬਾਅਦ जिसले मैं देखा कि यार 5-6 महीने हो गए ने कोई सॉलिड जवाब नहीं आ रहा कि बई आप, मैं मैंबरां नूं भी नाल लैके गया, 10-15-20 मैंबर भी असीं नाल गए, उन्होंने सानूं आश्वासन देता कि नहीं ठीक है जी कराने हैं जी। लेकिन जिसले नहीं होया तो फिर 2 महीने पहला अज तो मैं सोचा कि नहीं यार, क्योंकि लोग आके मैनूं कंप्लेंट करते सी। मैं क्लब की बेसिक प्रॉब्लम है कि लोग नर्ड हो चुके हैं, मैंबरस नर्ड हो चुके हैं। शहर का साढ़े एक एडे वधिया शहर का 1500 बंदा जिहड़ा कि क्रीम है शहर की, वो मैंबर है। और 1500 मैंबर, 1500 नहीं वो फिगर 6000 है, क्योंकि हर मैंबर, हर 4-4 फैमिली के मैंबर ने, बच्चे ने, उन्होंने बीवी हैं, उन्होंने भरा ने, उन्होंने प्यो ने। 6000 बंदा जिस संस्था नाल जुड़िया होवे और उसकी सुनवाई ना होवे, इस चीज़ ने मैनूं बड़ा परेशान किया। ਅੱਜ 25 ਸਾਲ ਹੋ ਗਏ ਨੇ ਮੈਨੂੰ ਬੋਡੀ ਦੇ ਵਿੱਚ, ਲੇਕਿਨ ਕਦੀ ਵੀ ਇਹੋ ਜਿਹੀ ਸਮੱਸਿਆ ਨਹੀਂ ਆਈ। ਅਸੀਂ ਐਡਮਿਨਿਸਟ੍ਰੇਸ਼ਨ ਨੂੰ ਜੋ ਵੀ ਕਿਹਾ, ਅਸੀਂ ਉਹਨਾਂ ਨੇ ਸਾਡਾ ਗੱਲ ਮੰਨੀ, ਕਿਉਂਕਿ ਅਸੀਂ ਅਹੁਦੇ ਦਾ ਨੁਮਾਇੰਦੇ ਹਾਂ ਲੋਕਾਂ ਦੇ, ਆਪਾਂ ਲੋਕਾਂ ਦੀ ਸੁਣਨੇ ਹਾਂ। ਅਸੀਂ ਰੋਜ਼ ਕਲੱਬ ਜਾਂਦੇ ਹਾਂ, ਸਾਨੂੰ ਜਿੰਨੀਆਂ ਵੀ ਕੰਪਲੇਂਟਸ ਹੈ, ਸਾਨੂੰ ਜਿੰਨੀਆਂ ਵੀ ਲੋਕਾਂ ਦੀਆਂ ਮੁਸ਼ਕਿਲਾਂ ਨੇ, ਉਹ ਸਾਨੂੰ ਆਉਂਦੀਆਂ। ਡੀਸੀ ਸਾਹਿਬ ਨੂੰ ਤਾਂ ਦੇਖੋ ਕੋਈ ਮਿਲਣ ਨਹੀਂ ਜਾਂਦਾ, ਕਿ ਜਾਂ ਡੀਸੀ ਸਾਹਿਬ ਨੂੰ ਦੱਸਣ ਨਹੀਂ ਜਾਂਦਾ ਕਿ ਬਈ ਆਪਣਾ ਜੀ ਇਹ ਕਲੱਬ 'ਚ ਸਾਨੂੰ ਇਹ ਪ੍ਰੋਬਲਮ ਹੈ ਜਾਂ ਤੁਹਾਨੂੰ ਪਤਾ ਹੀ ਅਫਸਰ ਨੂੰ ਮਿਲਣਾ ਕਿਹੜਾ ਆਸਾਨ ਹੁੰਦਾ। ਲੇਕਿਨ ਸਾਨੂੰ ਤਾਂ, ਅਸੀਂ ਤਾਂ ਰੋਜ਼ ਜਾਂਦੇ ਹਾਂ ਕਲੱਬ, ਸਾਨੂੰ ਤਾਂ ਰੋਜ਼ ਲੋਕੀ ਘੇਰ ਕੇ ਖਲੋ ਜਾਂਦੇ ਨੇ ਜੀ, ਤੁਸੀਂ ਇਲੈਕਸ਼ਨ ਨਹੀਂ ਕਰਾਉਂਦੇ। ਸਾਡੇ ਤੇ ਉਂਗਲਾਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੀ ਤੁਸੀਂ ਇਲੈਕਸ਼ਨ ਨਹੀਂ ਕਰਾਉਂਦੇ, ਤੁਸੀਂ ਗੱਦੀ ਮਲ ਕੇ ਬੈਠੇ ਹੋ। ਹੁਣ ਦੇਖੋ, ਅਸੀਂ ਇੱਕ ਦਾਗਦਾਰ ਹੈਗੀ, ਇਹੋ ਜਿਹੇ ਦਾਗ ਸਾਨੂੰ ਲੱਗਣਗੇ ਤੇ ਅਸੀਂ ਤਾਂ ਨਹੀਂ ਬਰਦਾਸ਼ਤ ਕਰਾਂਗੇ, ਕਿਉਂਕਿ ਅਸੀਂ ਸ਼ਹਿਰ ਦੇ ਬੰਦੇ ਹਾਂ, ਸ਼ਹਿਰ 'ਚ ਜੰਮੇ ਪਲੇ ਹਾਂ, ਇੱਥੇ ਵੱਡੇ ਹੋਏ ਹਾਂ। ਅਸੀਂ ਡੀਸੀ ਸਾਹਿਬ ਨੂੰ ਰਿਕੁਐਸਟ ਕੀਤੀ, ਸਰ ਇਲੈਕਸ਼ਨ ਕਰਾਓ। ਇੱਥੋਂ ਤੱਕ ਲੋਕੀ ਨਾਰਡ ਹੋ ਚੁੱਕੇ ਨੇ ਕਿ ਲੋਕਾਂ ਨੇ ਆਪਣੀ ਆਊਟਸਟੈਂਡਿੰਗ ਡਿਊਜ਼ ਵੀ ਦੇਣੇ ਬੰਦ ਕਰ ਦਿੱਤੇ ਨੇ। ਉਹ ਕਹਿੰਦੇ ਜੀ ਪਹਿਲਾਂ ਇਲੈਕਸ਼ਨ ਕਰਾਓ, ਫਿਰ ਅਸੀਂ ਪੈਸੇ ਦੇਣੇ ਆ। ਹੁਣ ਜਿਸ ਸੰਸਥਾ ਕੋਲ ਪੈਸੇ ਨਹੀਂ ਆਣਗੇ, ਉਹ ਸੰਸਥਾ ਕਿਸ ਤਰ੍ਹਾਂ ਚੱਲੇਗੀ? ਲੇਕਿਨ ਫਿਰ ਵੀ ਅਸੀਂ ਚਲੋ ਲੋਕਾਂ ਨੂੰ ਰਿਕੁਐਸਟ ਕਰਕੇ, ਜਿਹੜੇ ਸਾਡੇ ਜਾਣਕਾਰ ਸੀ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਨਹੀਂ ਯਾਰ ਪੈਸੇ ਤਾਂ ਜਮ੍ਹਾਂ ਕਰਾਓ, ਆਪਾਂ ਇਸ ਬਾਰੇ ਡੀ ਸਾਹਿਬ ਨਾਲ ਗੱਲ ਕਰਦੇ ਹਾਂ। ਅਸੀਂ ਚਲੋ ਚਲਾਉਂਦੇ ਰਹੇ, ਲੇਕਿਨ ਉੱਧਰੋਂ ਸਾਨੂੰ ਕੋਈ ਸੋਲਿਡ ਆਨਸਰ ਹੀ ਨਹੀਂ ਸੀ ਮਿਲ ਰਿਹਾ ਕਿ ਨਹੀਂ। ਹਾਰ ਕੇ ਮੈਂ 2 ਮਹੀਨੇ ਪਹਿਲਾਂ ਜੀ ਫਿਰ ਇੱਕ ਸਟਰਨ ਸਟੈਪ ਚੁੱਕਿਆ, ਮੈਂ ਰਿਜ਼ਾਈਨ ਆਪਣਾ ਡੀ ਸਾਹਿਬ ਨੂੰ ਭੇਜਦਾ। ਮੈਂ ਕਿਹਾ ਜੀ ਸਰ, ਜੇ ਤੁਸੀਂ ਇਲੈਕਸ਼ਨ ਨਹੀਂ ਕਰਾਣੀ ਤਾਂ ਮੇਰਾ ਅਸਤੀਫਾ ਲੈ ਲਓ। ਮੈਂ ਲੋਕਾਂ ਦੀਆਂ ਹੋਰ ਕੰਪਲੇਂਟਾਂ ਨਹੀਂ ਸੁਣ ਸਕਦਾ, ਕਿਉਂਕਿ ਦੇਖੋ ਜਿਸ ਸੀਟ ਦੇ ਉੱਤੇ ਮੈਨੂੰ ਪਰਮਾਤਮਾ ਨੇ ਬਿਠਾਇਆ, ਜੇ ਮੈਂ ਉਹਨਾਂ ਨਿਆਂ ਹੀ ਨਹੀਂ ਕਰ ਸਕਦਾ ਤਾਂ ਮੈਨੂੰ ਉਹ ਸੀਟ 'ਤੇ ਬਹਿਣ ਦਾ ਕੋਈ ਹੱਕ ਨਹੀਂ ਗਾ। ਬੜੀ ਸਿੱਧੀ ਜੀ ਗੱਲ ਹੈ। ਔਰ ਮੈਂ ਉਹਨਾਂ ਨੂੰ ਅਸਤੀਫਾ ਦੇ ਦਿੱਤਾ। ਉਹ ਫਿਰ ਚੁੱਪ ਕਰਕੇ ਫਿਰ 10-15 ਦਿਨ ਲੰਘ ਗਏ, ਕੋਈ ਅਸਤੀਫੇ ਦਾ ਜਵਾਬ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਫਿਰ ਮੁੜ ਕੇ ਕੰਟੈਕਟ ਕੀਤਾ, ਸਾਨੂੰ ਪਤਾ ਲੱਗਾ ਜੀ ਤੁਹਾਡੀ ਲੈਟਰ ਜੀ ਅਸੀਂ SDM 1 ਲੁਬਾਣਾ ਜੀ ਨੂੰ ਮਾਰਕ ਕਰ ਦਿੱਤੀ ਹੈ, ਤੇ ਉਹ ਦੇਖਣਗੇ ਕਿ ਵੀ ਤੁਹਾਡਾ ਕੌਨਸਟੀਟਿਊਸ਼ਨ ਕਿ ਵੀ ਕੀ ਕਹਿੰਦਾ, ਇਲੈਕਸ਼ਨ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ। ਪਹਿਲੀ ਗੱਲ ਤਾਂ ਦੱਸੋ, 10 ਮਹੀਨੇ ਬਾਅਦ ਕੌਨਸਟੀਟਿਊਸ਼ਨ ਨੂੰ ਹੱਥ ਲਾਇਆ ਇਹਨਾਂ ਨੇ।
10 ਮਹੀਨੇ ਤੱਕ ਸਾਡੀ ਮਤਲਬ ਕੋਈ ਸੁਣਵਾਈ ਹੀ ਨਹੀਂ ਹੋਈ ਕਿ ਵੀ ਇਹ ਇੱਕ ਬੰਦਾ ਇੱਕ ਸੈਕਟਰੀ ਜਿਹਦੇ ਕੋਲ ਐਡਮਿਨਿਸਟ੍ਰੇਸ਼ਨ ਪਾਵਰਾਂ ਸਾਰੀਆਂ, ਉਹ ਤੁਹਾਨੂੰ ਕਹਿ ਰਿਹਾ ਕਿ ਮੇਰੀ ਕਲੱਬ ਦੀ ਇਲੈਕਸ਼ਨ ਕਰਾ ਦਿਓ, ਤੇ ਤੁਸੀਂ ਇਲੈਕਸ਼ਨ ਹੀ ਨਹੀਂ ਕਰਾ ਰਹੇ और तुसी वो ऑर्डर ही नहीं पास कर रहे। रोहित लखनपाल जी, 13 साल अगर चुनाव नहीं हुए तो कहीं ना कहीं आपने 13 साल आप भी तो चुप रहे। मैं इस गल का बिल्कुल जवाब देवांगा जी। साडी क्लब की एक बेसिक प्रॉब्लम जी है ना, वो 1995 तो ही चली आ रही है। वो बेसिक प्रॉब्लम की है कि साडे क्लब दे विच ਜਦੋਂ क्लब बनया सी उदों एक कॉन्स्टिट्यूशन बनाया गया ही, उहदे विच लिखिया गया सी कि जिहड़े भी SDM 1 आउणगे अफसर वो साडे क्लब के ऑनररी सैकटरी होणगे। ਅਸੀਂ ਸ਼ੁਰੂ ਤੋਂ ਹੀ ਇਸ ਚੀਜ਼ ਤੇ ਲੜਦੇ ਰਹੇ ਹਾਂ ਕਿ ਨਹੀਂ ਜੀ ਇਹ ਕਲੌਜ਼ ਗਲਤ ਹੈਗੀ ਹੈ। DC ਸਾਹਿਬ ਹੈਗੇ ਨੇ, ਸਾਨੂੰ ਕੋਈ ਪ੍ਰੋਬਲਮ ਨਹੀਂ, ਉਹ DC ਸਾਹਿਬ ਡਿਸੀਜਨ ਲੈਣ ਸਾਡੇ ਕਲੱਬ ਦੇ, ਲੇਕਿਨ ਐਸ ਦੇਖੋ ਸੈਕਟਰੀ ਦਾ ਕੰਮ ਹੁੰਦਾ ਰੋਜ਼ ਕਲੱਬ ਜਾਣਾ, ਮੈਂਬਰਾਂ ਦੀਆਂ ਸੁਣਨੀਆਂ ਕੀ ਤਕਲੀਫਾਂ ਆ ਰਹੀਆਂ, ਕੀ ਮੈਂਬਰ, ਹੁਣ ਅਫਸਰ ਕੋਲ ਇੰਨਾ ਟਾਈਮ ਨਹੀਂ ਹੈਗਾ, ਅਫਸਰ ਨਹੀਂ ਰੋਜ਼ ਕਲੱਬ ਆ ਸਕਦਾ। ਇਸ ਕਰਕੇ ਸਾਡੀ ਇੱਕ ਸੈਕਟਰੀ ਦੇ ਵਿੱਚ ਤੇ ਮੈਂਬਰਸ ਦੇ ਵਿੱਚ ਨਾ ਬਹੁਤ ਦੂਰੀ ਸੀ। ਅਸੀਂ ਚਾਹੁੰਦੇ ਸੀ ਕਿ ਵੀ ਮੈਂਬਰ ਵੀ ਮੈਂਬਰਾਂ ਦੇ ਵਿੱਚੋਂ ਹੀ ਸੈਕਟਰੀ ਹੋਵੇ, ਇਲੈਕਟਡ ਹੋਵੇ, ਉਹ ਆਵੇ ਔਰ ਆਪਣਾ ਰੋਜ਼ ਆਵੇ ਕਲੱਬ 'ਚ, ਮੈਂਬਰਾਂ ਦੀ ਕੋਈ ਪ੍ਰੋਬਲਮ ਹੈ ਉਹਨੂੰ ਸੋਲਵ ਕਰੇ, ਦੇਖੇ ਕਿਤੇ ਕਿਤੇ ਕੀ ਚੀਜ਼ ਹੈ ਕੀ ਨਹੀਂ ਹੈ, ਜਿਹੜਾ ਕਿ SDM ਰੋਜ਼ ਨਹੀਂ ਕਰ ਸਕਦਾ, ਉਹ ਕਿਉਂਕਿ ਉਹ ਖੁਦ ਬਿਜ਼ੀ ਨੇ, ਇੰਨਾ ਸ਼ਡਿਊਲ ਉਹਨਾਂ ਦਾ। ਇਹ ਲੜਾਈ ਨੂੰ ਲੜਦੇ ਲੜਦੇ ਅਸੀਂ 2008 ਤੱਕ ਪਹੁੰਚ ਗਏ ਜੀ। ਸਾਡੇ ਕੋਲੋਂ ਇਹ ਲੜਾਈ ਨਹੀਂ ਜਿੱਤੀ ਗਈ। 2008 'ਚ ਜਦੋਂ ਮੈਂ ਜੁਆਇੰਟ ਸੈਕਟਰੀ ਬਣਿਆ, ਫਿਰ ਪਹਿਲਾਂ ਤਾਂ ਮੈਂ ਐਗਜ਼ੈਕਟਿਵ ਮੈਂਬਰ ਸੀ, ਅਸੀਂ ਇਸ ਤਰੀਕੇ ਨਾਲ ਚੁੱਕ ਹੀ ਨਹੀਂ ਸਕਦੇ ਸੀ ਮੁੱਦੇ ਨੂੰ, ਕਿਉਂਕਿ ਅਸੀਂ ਉਸ ਲੈਵਲ 'ਤੇ ਨਹੀਂ ਸੀ, ਐਗਜ਼ੈਕਟਿਵ ਮੈਂਬਰ ਸੀ। 2008 'ਚ ਮੈਂ ਜੁਆਇੰਟ ਸੈਕਟਰੀ ਬਣਿਆ ਤੇ ਮੈਂ ਮੁੱਦਾ ਚੁੱਕਿਆ, ਔਰ ਇਹ ਮੁੱਦਾ ਚੁੱਕਣ ਤੋਂ ਬਾਅਦ ਮੈਂ ਫਿਰ ਉਦੋਂ ਸਾਡੇ ਮੰਤਰੀ ਸਾਹਿਬ ਬਣੇ ਸੀ ਜੋਸ਼ੀ ਸਾਹਿਬ, ਉਹਨਾਂ ਨੂੰ ਮੈਂ ਕਿਹਾ ਕਿ ਯਾਰ ਸਾਡੀ ਇੱਕ ਬੜੀ ਵੱਡੀ ਪ੍ਰੋਬਲਮ ਹੈ ਕਿ ਤੁਸੀਂ ਇਹਨੂੰ ਮਸਲੇ ਨੂੰ ਹੱਲ ਕਰਾਓ ਸਾਡਾ ਕਿਸੇ ਤਰ੍ਹਾਂ ਵੀ। ਤੇ ਜੋਸ਼ੀ ਸਾਹਿਬ ਨੇ ਵੀ ਇਹ ਗੱਲ ਸਮਝੀ ਕਿ ਵੀ ਵਾਕਈ ਠੀਕ ਗੱਲ ਹੈ ਕਿ ਵੀ ਪਬਲਿਕ ਇਨਵੋਲਵ ਹੈ, ਤੇ ਪਬਲਿਕ ਦੇ ਵਿੱਚ ਅਫਸਰਾਂ ਦਾ ਕੀ ਕੰਮ ਹੈ ਕਿ ਜਦ ਅਫਸਰਾਂ ਦਾ ਰਾਬਤਾ ਹੀ ਨਹੀਂ ਆਪਸ 'ਚ ਰਹੇਗਾ ਤਾਂ ਕਲੱਬ ਕਿਸ ਤਰ੍ਹਾਂ ਚੱਲੇਗੀ। ਤੇ ਉਹ ਫਿਰ ਉਹਨਾਂ ਨੇ ਸਮਝਿਆ ਗੱਲ ਨੂੰ, ਫਿਰ ਉਹਨਾਂ ਨੇ DC ਰਵੀ ਭਗਤ ਜੀ ਸੀ, ਉਹਨਾਂ ਨਾਲ ਮੀਟਿੰਗ ਕਰਾਈ ਸਾਡੀ, ਅਸੀਂ ਉਹਨਾਂ ਨੂੰ ਸਮਝਾਇਆ, ਫਿਰ ਉਹਨਾਂ ਨੂੰ ਵੀ ਸਮਝ ਆ ਗਿਆ, ਔਰ ਉਹਨਾਂ ਨੇ ਫਿਰ ਉਹ ਇਲੈਕਸ਼ਨ 2008 ਤੋਂ 2014 ਤੱਕ ਇਸੇ ਚੱਕਰ 'ਚ ਨਹੀਂ ਹੋਈ ਕਿ ਅਸੀਂ ਚਾਹੁੰਦੇ ਸੀ ਕਿ ਪਹਿਲਾਂ ਸੈਕਟਰੀ ਪ੍ਰਾਈਵੇਟ ਕਰੋ ਫਿਰ ਅਸੀਂ ਇਲੈਕਸ਼ਨ ਕਰਾਵਾਂਗੇ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ 2014 ਦੇ ਵਿੱਚ ਉਹ ਪਾਸ ਕੀਤਾ। ਪਹਿਲਾ ਸੈਕਟਰੀ ਮੈਨੂੰ ਬਣਾਇਆ, ਨੋਮੀਨੇਟ ਕੀਤਾ ਰਵੀ ਭਗਤ ਜੀ ਨੇ, ਔਰ ਮੈਨੂੰ 2 ਸਾਲ ਲਈ ਉਹਨਾਂ ਨੇ ਨੋਮੀਨੇਟ ਕੀਤਾ। 2 ਸਾਲ ਬਾਅਦ ਉਹਨਾਂ ਨੇ ਕਿਹਾ ਜੀ ਜਿਹੜਾ ਵੀ ਸੈਕਟਰੀ ਅੱਗੇ ਆਏਗਾ 2 ਸਾਲ ਦੇ ਬਾਅਦ, ਟੈਨਿਓਰ 2 ਸਾਲ ਲੱਗੀ ਤੁਹਾਡੀ, 2 ਸਾਲ ਬਾਅਦ ਜਿਹੜਾ ਵੀ ਸੈਕਟਰੀ ਆਏਗਾ ਉਹ ਇਲੈਕਟਡ ਹੋਏਗਾ। ਬੜੀ ਰਾਹਤ ਮਿਲੀ ਸਾਨੂੰ, ਅਸੀਂ ਬੜੇ ਖੁਸ਼ ਕਿ ਚਲੋ ਜੀ ਸਾਨੂੰ ਹੁਣ ਪਾਵਰਾਂ ਮਿਲ ਗਈਆਂ, ਅਸੀਂ ਖੁਦ ਸੁਧਾਰ ਕਰ ਸਕਦੇ ਹਾਂ ਕਲੱਬ ਦਾ, ਲੋਕਾਂ ਦੀਆਂ ਡਿਮਾਂਡਸ ਪੂਰੀਆਂ ਕਰ ਸਕਦੇ ਹਾਂ ਜੋ ਲੋਕਾਂ ਨੂੰ ਚਾਹੀਦਾ। 2016 ਤੋਂ ਬਾਅਦ 2017 ਸ਼ੁਰੂ ਹੋਇਆ ਸੀ ਸ਼ਾਇਦ, ਉਸ ਵੇਲੇ ਮੈਂ ਇਹਨਾਂ ਨੂੰ ਲੈਟਰ ਭੇਜੀ ਕਿਉਂਕਿ ਮੇਰੀ ਟੈਨਿਓਰ ਖਤਮ ਹੋ ਗਈ ਸੀ, ਮੈਂ ਉਹਨਾਂ ਨੂੰ ਕਿਹਾ ਜੀ ਇਲੈਕਸ਼ਨ ਕਰਾਓ ਜੀ। ਉਦੋਂ ਵੀ ਉਸ ਤੋਂ ਬਾਅਦ ਚਿੱਠੀ ਭੇਜਣੀ, ਕੋਈ ਜਵਾਬ ਨਾ ਆਉਣਾ DC ਆਫਿਸ ਤੋਂ। ਹੁਣ ਇਹ ਮਗਰ ਕੌਣ ਇਹਦੇ ਲੱਗਾ ਰਹਿੰਦਾ ਹੈ ਸਾਡੇ ਕਲੱਬ ਦੇ, ਸਾਨੂੰ ਅੱਜ ਤੱਕ ਨਹੀਂ ਸਮਝ ਆਈ। ਮੈਂ ਜਿਸ ਵੇਲੇ ਪਹਿਲੀ ਮੀਟਿੰਗ ਖਹਿਰਾ ਸਾਹਿਬ ਨਾਲ ਕੀਤੀ ਨਾ, ਤੁਸੀਂ ਮੇਰੇ ਨਾਲ 10-15 ਬੰਦੇ ਸੀ ਕਲੱਬ ਦੇ, ਉਹਨਾਂ ਨੂੰ ਪੁੱਛੋ, ਮੈਂ ਖਹਿਰਾ ਸਾਹਿਬ ਨੂੰ ਜਾਂਦਿਆਂ ਹੀ ਇਹ ਗੱਲ ਕਹੀ ਸੀ ਕਿ ਸਰ ਮੈਨੂੰ 3 ਸਾਲ ਹੋ ਗਏ ਨੇ ਇਸ ਆਫਿਸ ਦੇ ਵਿੱਚ ਆਪਣੀ ਰਿਕਮੈਂਡੇਸ਼ਨ ਭੇਜਦੇ ਆ ਕਿ ਜੀ ਇਲੈਕਸ਼ਨ ਹੋਣੀ ਚਾਹੀਦੀ ਆ, ਤੇ ਮੈਨੂੰ ਅਪਰੂਵਲ ਨਹੀਂ ਮਿਲਦੀ ਵੀ। सर, डिप्टी कमिश्नर को क्या फ़ायदा? प्रधान है अलग बात है, पर ना वो अंदर जहाँ पे शराब का होता है कारोबार, ना वो उसमें उनका लेना देना है, ना ही जो किचन का लेना देना है। तो DC साहब को एक पोस्ट है, उसके वो प्रधान है, तो क्यों नहीं करवा देते? उनको क्या इतराज़ है? और सबसे बड़ी बात है कि सरकारी पैसा भी ड्यू पड़ा है, जहाँ मुझे मालूम पड़ा है लाखों में और करोड़ों में आपकी ड्यू पड़े हैं, आपके मेंबरों ने जो पैसा आपको दिया नहीं है। तो कहीं ना कहीं वो मूव दूसरे चैनल की तरफ तो हो ही जाएंगे। क्लब तो सबने जाना है, तो कहीं ना कहीं ये जो उभरता हुआ क्लब था 1995 का, अब ये 2021 में इसका स्वरूप इतना बदल गया कि 27 साल बाद आप भी उसको अलविदा कहने के मूड में हैं। सर ਇਹੋ ਤੇ ਹੈਰਾਨਗੀ ਦੀ ਗੱਲ ਹੈ ਕਿ DC ਸਾਹਿਬ ਨੇ ਕੀ ਲੈਣਾ। DC ਸਾਹਿਬ ਦੀ ਦੇਖੋ ਪੋਸਟਿੰਗ ਹੈ, 1 ਸਾਲ ਹੈ, 2 ਸਾਲ ਹੈ, 3 ਸਾਲ ਹੈ, ਇਸ ਤੋਂ ਜ਼ਿਆਦਾ ਤਾਂ ਮੈਂ ਕਦੀ ਵੀ ਕਿਸੇ DC ਸਾਹਿਬ ਨੂੰ ਨਹੀਂ ਦੇਖਿਆ ਅੰਮ੍ਰਿਤਸਰ ਦੇ ਵਿੱਚ। ਹੁਣ ਦੇਖੋ ਜਿਸ ਘਰ ਸਾਡਾ ਤਾਂ ਘਰ ਹੈ, ਸੈਕਿੰਡ ਹੋਮ ਹੈ ਸਾਡਾ, ਪਹਿਲਾ ਘਰ ਸਾਡਾ ਆਪਣਾ ਹੈ, ਦੂਸਰਾ ਘਰ ਸਾਡਾ ਹੈ ਵੈ,
ਜਿੱਥੇ ਅਸੀਂ ਆਪਣਾ ਥਕਾਨ ਲਾਉਣ ਜਾਂਦੇ ਆ ਮੈਂਬਰਾਂ ਨਾਲ ਸੋਸ਼ਲ, ਮੈਨੂੰ ਖੁਦ ਸੋਸ਼ਲ ਰਹਿਣ ਦਾ ਸ਼ੌਕ है और मैं ਮੈਂਬਰਾਂ ਨਾਲ ਮਿਲਣਾ ਮੈਨੂੰ बड़ा अच्छा लगता है। नाले 6,000 परिवारों से 6,000 इतने 1,500 मतलब 6,000 के लोगों से मिलना, एक कहने का मतलब आप रोज़ एक खुशनुमा पिकनिक की तरह आपकी रात, और वहीं पे कव्वालियाँ और जैसा कि शायराना अंदाज, तो वो एक अलग माहौल है, काम करना, लोगों से मिलना, ये एक मतलब ये मोह होता है, मोह हो गया उस आपसे। ਬਿਲਕੁਲ ਜੀ ਬਿਲਕੁਲ। ਸਾਡੇ 'ਚ ਦੇਖੋ ਜੀ, ਸਾਡਾ ਕਲੱਬ ਹੀ ਫੈਮਿਲੀ ਕਲੱਬ ਸੀ, ਰੈਗੂਲਰ ਉੱਥੇ ਹੌਜ਼ੀ ਹੁੰਦੀ ਸੀ, ਗਜ਼ਲ ਨਾਈਟ ਹੋ ਰਹੀ ਹੈ, ਕਦੀ ਫੈਮਿਲੀ ਫੰਕਸ਼ਨ ਹੋ ਰਹੇ ਨੇ, ਬੱਚੇ ਆ ਰਹੇ ਨੇ, ਚਿਲਡਰਨ ਪਾਰਕ ਬਣਾਇਆ ਹੋਇਆ ਸੀ। ਇਹ ਖਾਲੀ ਸ਼ਰਾਬ ਪੀਣ ਲਈ ਨਹੀਂ ਗਾ ਸੀ ਉੱਥੇ, ਇੱਥੇ ਫੈਮਲੀਜ਼ ਆਉਂਦੀਆਂ ਸੀ। ਦੇਖੋ ਜੈਂਟਸ ਨੇ ਵਿਸਕੀ ਪੀਣੀ ਹੁੰਦੀ, ਜੈਂਟਸ ਆਪਣਾ ਬਾਹਰ ਚਲੇ ਜਾਂਦੇ। आपने भी काफ़ी स्टेजें संभाली वहाँ पर? ਕਾਫੀ ਕੀ ਗਿਆ। काफ़ी स्टेजें वहाँ पे आपने भी संभाली वहाँ पे? हाँ जी हाँ जी बिल्कुल जी बिल्कुल। शायरी भी सुनाते थे आप? नहीं इतना नहीं, इतना सुनाते थे, मुझे मालूम है, मैं गवाह हूँ। फिलहाल ये हंसी बताती है, लेकिन हंसी ये बताती है कि कहीं ना कहीं गलत हो रहा है, क्योंकि एक आपने सींचा एक परिवार बनाया है। जैसे आजकल फेसबुक फ्रेंड होते हैं, कहीं ना कहीं क्लब फ्रेंड होते हैं, और सुख दुख में साथ होता है, और ये सब एक नियम कानून होता है कि हम एक क्लब के हैं, एक दूसरे की मदद भी करते रहे हैं आप लोग। फिलहाल बात सवाल यहीं पे, डीसी साहब मदद क्यों नहीं करते? प्रदीप सैनी साहब इस मामले को अदालत में पूर्व प्रधान है बार एसोसिएशन के, तो क्यों नहीं पार्टी यहाँ से ऊपर, नीचे से ऊपर तक बनाए और इलेक्शन हो? मैं वही ਤੁਹਾਨੂੰ ਦੱਸ ਰਿਹਾ ਜੀ ਕਿ 2 ਮਹੀਨੇ ਪਹਿਲਾਂ ਰਿਜ਼ਾਈਨ ਦਿੱਤਾ ਤੇ ਉਹਨਾਂ ਨੇ ਕਹਿਤਾ, ਲੁਬਾਣਾ ਸਾਹਿਬ ਨੂੰ ਮੈਂ ਮਿਲਿਆ, ਲੁਬਾਣਾ ਸਾਹਿਬ ਨੂੰ ਕਨਸਟੀਟਿਊਸ਼ਨ ਇਨਫੋਰਮੇਸ਼ਨ ਸਾਰੀ ਪ੍ਰੋਵਾਈਡ ਕੀਤੀ ਗਈ, ਜੋ ਚ ਅਮੈਂਡਮੈਂਟ ਹੋ ਚੁੱਕੀਆਂ ਪਿਛਲੇ 3-4 ਸਾਲਾਂ 'ਚ ਉਹ ਵੀ ਦਿੱਤੀਆਂ ਗਈਆਂ। ਲੁਬਾਣਾ ਸਾਹਿਬ ਨੂੰ ਮੈਂ ਫਿਰ ਉੱਠ ਕੇ ਹੱਥ ਜੋੜ ਕੇ ਕਿਹਾ ਕਿ ਮੈਂ ਕਿਹਾ ਲੁਬਾਣਾ ਜੀ ਸਰ ਸਾਡੇ ਤੇ ਹੀ ਕਿਸਾਨ ਕਰ ਦਿਓ, ਜਾਂ ਤੇ ਸਾਡਾ ਇਲੈਕਸ਼ਨ ਕਰਾ ਦਿਓ ਤੇ ਜਾਂ ਮੇਰਾ ਰੈਜ਼ਿਗਨੇਸ਼ਨ ਅਸੈਪਟ ਕਰ ਲਓ। ਮੈਂ ਲੋਕਾਂ ਨੂੰ ਇਸ ਤੋਂ ਜ਼ਿਆਦਾ ਨਹੀਂ ਮੂੰਹ ਦਿਖਾ ਸਕਦਾ ਜੋ ਹੋ ਰਿਹਾ। ਤੇ ਲੁਬਾਣਾ ਜੀ ਨੇ ਕਿਹਾ ਜੀ ਨਹੀਂ ਤੁਹਾਡਾ ਰੈਜ਼ਿਗਨੇਸ਼ਨ ਨਹੀਂ ਅਸੈਪਟ ਕਰਨਾ ਅਸੀਂ, ਇਹਦੇ ਪੱਕਾ ਹੈ ਔਰ ਅਸੀਂ ਇਲੈਕਸ਼ਨ ਕਰਾ ਰਹੇ ਹਾਂ। ਮੈਂ ਕਿਹਾ ਠੀਕ ਹੈ ਜੀ, ਅਸੀਂ ਬੜੇ ਖੁਸ਼, ਅਸੀਂ ਆ ਗਏ ਜੀ, ਚਲੋ ਸਾਡੀ ਸੁਣਵਾਈ ਹੋ ਗਈ, ਦੇਰ ਸਵੇਰ ਹੀ ਹੋਈ, ਚਲੋ ਹੋਈ। ਲੇਕਿਨ ਉਹੀ ਗੱਲ ਲੁਬਾਣਾ ਜੀ ਨੇ ਮੈਨੂੰ ਆਫਿਸ ਤੋਂ ਬਾਅਦ 'ਚ ਪਤਾ ਲੱਗਦਾ ਕਿ ਜੀ ਮੈਂ ਆਪਣੀ ਰਿਪੋਰਟ ਬਣਾ ਕੇ ਡੀਸੀ ਸਾਹਿਬ ਨੂੰ ਭੇਜ ਦਿੱਤੀ ਹੈ ਔਰ ਤੁਹਾਡਾ ਇਲੈਕਸ਼ਨ ਹੋ ਰਿਹਾ, ਤੁਹਾਨੂੰ ਵੱਧ ਤੋਂ ਵੱਧ ਨਹੀਂ ਤੇ ਤੁਹਾਨੂੰ ਹਫ਼ਤੇ 10 ਦਿਨ ਦੇ ਵਿੱਚ ਉਹਦਾ ਰਿਜ਼ਲਟ ਆ ਜਾਏਗਾ, ਤੁਹਾਡੇ ਆਰਡਰ ਆ ਜਾਣਗੇ ਆਫਿਸ ਦੇ ਵਿੱਚ। ਮੈਂ ਠੀਕ ਹੈ ਜੀ। ਉਸ ਗੱਲ ਨੂੰ ਅੱਜ 2 ਮਹੀਨੇ ਹੋ ਗਏ ਜੀ, ਉਹ ਹਾਲੇ ਤੱਕ ਨਾ वो भी नहीं पता। आपको एजीए क्लब से या हेरिटेज क्लब से आपको मूव कर दिया गया है? ਨਾ ਮੈਂ ਤਾਂ ਕਹਿੰਦਾ ਕਰ ਦੇਣ ਤੇ ਮੈਂ ਬਾਹਰੋਂ ਲੜਾਂ ਨਾ ਫਿਰ ਲੋਕਾਂ ਲਈ। ਮੈਨੂੰ ਬੋਡੀ 'ਚ ਕੋ ਬਿਠਾਇਆ ਜਦ ਮੇਰੀ ਸੁਣਨੀ ਨਹੀਂ ਤੇ। नहीं, आपने इस्तीफा दे के आप बैठे हैं, अब चलो दफ्तर नहीं जाते होंगे तो आमना सामना तो होता ही होगा, तो कोई डिप्टी कमिश्नर यहाँ के, और सैनी साहब आपके पुराने मित्र हैं, आप वो प्रधान रहे हैं, कई बार आप दोनों मिलके आपने चलाया है क्लब, तो वो क्या कहते हैं इस बारे में? देखो साडी कोई जाति कोई नहीं, मेरे बहुत अच्छे फ्रेंड ने, मेरे मतलब भरावां नालों भी वध ने। ਹੁਣ ਸੈਣੀ ਸਾਹਿਬ ਦੀ ਮੈਂ ਕਹਿੰਦਾ, ਸੈਣੀ ਸਾਹਿਬ ਦਾ ਉਹ ਏਜੀਏ ਦਾ ਕੋਈ ਬੈਕਗਰਾਊਂਡ ਹੈ, ਉਹਨਾਂ ਦਾ ਪਤਾ ਨਹੀਂ ਕੀ ਉਹਨਾਂ ਦੇ ਡੀਸੀ ਸਾਹਿਬ ਨਾਲ ਜਾਂ ਕੀ ਹੈ, ਮੈਨੂੰ ਨਹੀਂ ਪਤਾ। ਜਦੋਂ ਮੈਂ ਉਹਨਾਂ ਨੂੰ ਕਹਿੰਦਾ ਕਿ ਵੀ ਹਾਂਜੀ ਇਹ ਡੀ ਸਾਹਿਬ ਕੀ ਕਰਦੇ ਪਏ ਨੇ, ਉਹ ਕਹਿੰਦੇ ਯਾਰ ਮੈਂ ਨਹੀਂ ਡੀਸੀ ਸਾਹਿਬ ਕੋਲ ਜਾਣਾ, ਡੀ ਸਾਹਿਬ ਜਿਸ ਦਿਨ ਮੈਨੂੰ ਬੁਲਾਣਗੇ ਮੈਂ ਉਸ ਦਿਨ ਜਾਣਾ ਉੱਥੇ। मतलब जिले का मालिक जिस दिन बुलाएगा तब जाएंगे हम? नहीं, मामला डीसी साहब को बुलाने और ना बुलाने को लेकर है कि मामला आपके हेरिटेज क्लब की साख को लेकर है, हेरिटेज क्लब की आर्थिक उन्नति को लेकर है, हेरिटेज क्लब के नियर अबाउट 1500 मेंबरों के सुख दुख के लिए है, कि ये केवल ये तो फिर अहंकार इसको कहेंगे क्या? ਮੈਂ ਉਹਨਾਂ ਦੇ ਦਿਲ ਦੀ ਗੱਲ ਕੀ ਦੱਸਾਂ ਜੀ। ਮੈਂ ਤਾਂ ਸਿੱਧੀ ਗੱਲ ਜਾਣਨਾ ਕਿ ਸਫ਼ਰ ਸਾਡਾ ਕਲੱਬ ਕਰ ਰਿਹਾ, ਸਾਡੇ ਮੈਂਬਰ ਕਰ ਰਹੇ ਨੇ, ਔਰ ਮੈਂ ਤਾਂ ਹੈਰਾਨ ਹਾਂ ਕਿ ਡੀਸੀ ਸਾਹਿਬ ਨੂੰ ਖੁਦ ਸੋਚਣਾ ਚਾਹੀਦਾ ਹੈ ਕਿ ਜੇ ਗਵਰਨਮੈਂਟ ਨੇ ਇੰਨੇ ਡਿਊ ਸਾਡੇ ਕੋਲ ਲੈਣੇ ਹੈ ਤੇ ਉਹਨਾਂ ਨੂੰ ਤਾਂ ਪਹਿਲਾਂ ਸੋਚਣਾ ਚਾਹੀਦਾ ਕਿ ਯਾਰ ਮੇਰੇ करीब 30 लाख तो भी ज़्यादा होंगे सर। और लेनदारी कितनी है? मतलब 1.25 करोड़ रुपए आना है 1.25 करोड़ से ऊपर आना है। तो ये 1.25 करोड़ रुपया जो आएगा और ये जो दिया जाएगा, तो इसमें लेट लतीफ़ी क्यों हो रही है? इसीलिए हो रही है कि इलेक्शन हो जाए तो ये जो ड्यू पेमेंट है आ जाएगी। इलेक्शन में वोटिंग राइट ही उन्होंने मिलेगा ਜਿਹੜੇ ਪੈਸੇ ਦੇਣਗੇ, ਵੋਟਿੰਗ ਰਾਈਟ ਹੀ ਨਹੀਂ ਤੇ ਮਿਲਣਾ। ਔਰ ਲੋਕੀ ਤੇ ਇਹੋ ਚਾਹ ਰਹੇ ਨੇ ਕਿ ਨਵੀਂ ਬੋਡੀ ਲਿਆਓ ਯਾਰ, ਕੋਈ ਕਲੱਬ ਦਾ ਸੁਧਾਰ ਹੋਵੇ, ਕੋਈ ਅਸੀਂ ਪੈਸੇ ਦੇਣ ਨੂੰ ਤਿਆਰ ਹਾਂ। लेकिन डिप्टी कमिश्नर जिले को संभाले, डेंगू फैला हुआ, या क्लब संभाले? डीसी आपको प्रधान क्यों बनाते हैं डिप्टी कमिश्नर को? देखिए सीधी बात है, आप क्यों बनाते हो? जिनके पास समय नहीं, वक्त नहीं है, और वक्त नहीं है, मैं ये नहीं कहता, डिप्टी कमिश्नर ऐसे भी हैं। मैं बताना चाहूँगा, रवि भगत की हम बात करें तो उन्होंने बहुत प्रमोट किया उन्होंने, लेकिन ये रजत अग्रवाल आए। जी मुझे कुछ याद है। जी ਉਹਨਾਂ ਦਾ ਇੱਕ ਅਸਤੀਫਾ ਜੀ ਨਰਿੰਦਰ ਸਿੰਘ ਜੀ ਨੂੰ ਦਿੱਤਾ ਸੀ,
ਉਦੋਂ ਕੇਟਰਿੰਗ ਪ੍ਰੋਬਲਮ ਸੀ ਬੜੀ ਵੱਡੀ, ਔਰ ਉਦੋਂ ਕੋਈ ਇੱਕ ਸਾਡੇ ਬੜੇ ਪ੍ਰਭਾਵਸ਼ਾਲੀ ਸ਼ਹਿਰ ਦੇ ਬੰਦੇ ਸੀ ਜਿਨ੍ਹਾਂ ਦੇ ਕੋਈ ਬ੍ਰਦਰ ਨੇ ਕੋਈ ਰਿਸ਼ਤੇਦਾਰ ਨੇ ਕੇਟਰਿੰਗ ਸਾਡੇ ਕਲੱਬ ਦੀ ਲਈ ਸੀ, ਔਰ ਇੰਨਾ ਬੁਰਾ ਹਾਲ ਸੀ ਖਾਣੇ ਦਾ ਕਿ ਸੁਣਵਾਈ ਨਹੀਂ ਸੀਗੀ। ਹੁਣ ਉਹੀ ਚੱਕਰ, ਅਸੀਂ ਰੋਜ਼ ਜਾਣਾ, ਅਸੀਂ ਅਹੁਦੇਦਾਰ, ਸਾਨੂੰ ਮੈਂਬਰਾਂ ਨੇ ਮਾਰਨੀਆਂ ਚੀਕਾਂ, ਅਸੀਂ ਡੀਸੀ ਸਾਹਿਬ ਨੂੰ ਕਹਿਣਾ ਬਦਲੋ, ਉਹ ਬਦਲਦੇ ਨਹੀਂ ਗੈਟਰ। ਮੈਂ ਹਾਰ ਕੇ ਆਪਣਾ ਅਸਤੀਫਾ ਦੇ ਦਿੱਤਾ। ਅਸਤੀਫਾ ਜਿਹੜੇ ਦੇ ਦਿੱਤਾ, ਮੈਂ ਕਿਹਾ ਜੀ ਮੈਂ ਕੰਪਲੇਂਟਾਂ ਨਹੀਂ ਸੁਣ ਸਕਦਾ ਸਰ, क्योंकि देखो ऑर्डर तुसी करो, कंप्लेंटा मैं सुनना, या तो कंप्लेंटा भी तुसी सुनो, तो ऑर्डर जिन्हें मर्जी करो। हूँ इतने भी यही प्रॉब्लम है। चलिए, तो डिप्टी कमिश्नर साहब नहीं सुनते हैं और हम बात करें प्रदीप सैनी जी की, तो वो भी जब जाएंगे, जब डीसी साहब उन्हें बुलाएंगे, तो मैं समझता हूँ ना कहीं कुछ है। और मैं बता दूँ कि खेल के नाम पर, खाने के नाम पर, आस्था के नाम पर और किन किन नामों पर ये मंत्रियों के खास चहेते और जो खास यहाँ के हैं पैसे वाले लोग हैं, वो पहले एक कमेटी टाइप बनाते हैं, फिर अंदर जाते हैं, उसके बाद में तहलका मचा देते हैं, सब कुछ अपना हो। चलिए हम बात करते हैं बगल की। आपके बगल में जो पीछे इलेक्शन हुए हैं, तो उस इलेक्शन में आपने वोटिंग की? नहीं जी नहीं, मेरा तो नाम ही नहीं था लिस्ट में। आपका नाम नहीं, आप तो सचिव रहे हैं आप। वो उनकी मैंबरशिप उन्होंने अलग हैगी है। मैनू रजत शर्मा जी ने मैंबर, रजत अग्रवाल जी ने मैंबर बनाया सी डीसी साहब ने ਅੰਮ੍ਰਿਤਸਰ ਗੇਮਸ ਐਸੋਸੀਏਸ਼ਨ ਦਾ। ਲੇਕਿਨ ਬੜੀ ਹੈਰਾਨਗੀ ਦੀ ਗੱਲ ਹੈ, ਜਦੋਂ ਇਲੈਕਸ਼ਨ ਆਈ ਤੇ ਸਾਡਾ ਲਿਸਟ ਨਾ ਹੀ ਨਹੀਂ ਸੀਗਾ। क्या उस वक्त प्रदीप सैनी का भी नाम है अभी या था? ਉਹਨਾਂ ਦਾ ਨਾਂ ਹੈਗਾ ਜੀ, ਉਹਨਾਂ ਦਾ ਨਾਮ वो वहाँ पर ਮੈਂਬਰ ਲਿਸਟ ਹੈਗਾ, पदाधिकारी कोई नहीं। ਅਧਿਕਾਰੀ नहीं गया। तो ये जो पदाधिकारी चुन के आए हैं, तो ये इनको ये जो अच्छा, सबसे पहले हम अपने दर्शकों को बता दें, ये जो दो क्लब है, एक एजीए और हेरिटेज, ये दोनों को हम एक ही बोलते हैं, एजीए हेरिटेज क्लब, राइट। तो अमृतसर जो गेम्स एसोसिएशन है, उसका संचालन या उसमें होने वाली इनकम, जैसे देते ही है ना अपना ग्राउंड पैसे पे सब कुछ चलता है, कमर्शियल भी है सारा कुछ, ये पैसा प्रॉफिट कंट्रोल डिप्टी कमिश्नर करता है, रख रखाव कौन करता है? ਦੇਖੋ ਜੀ, ਦੋਨੋਂ ਐਸੋਸੀਏਸ਼ਨਾਂ ਦੇ ਆਪਣੇ ਆਪਣੇ ਫਾਈਨੈਂਸ਼ੀਅਲ ਸੈਕਟਰੀ ਨੇ, ਔਰ ਉਹ ਹੀ ਪੈਸੇ ਨੂੰ ਦੇਖਦੇ ਨੇ। ਇੱਕ ਬੋਡੀ ਬਣਦੀ ਹੈ। आपके इधर का कौन है? ਸਾਡੇ ਇੱਥੇ ਰਾਜ ਅਗਰਵਾਲ ਜੀ ਹੁੰਦੇ ਸੀ ਜੀ। ਹੁੰਦੇ ਸੀ, ਹੁਣ ਕਿੱਥੇ ਨੇ? ਨਹੀਂ, ਉਹ ਵੀ ਇਸੇ ਦੁੱਖੋਂ ਹੀ ਨਹੀਂ ਆਉਂਦੇ। ਉਹ ਕਹਿੰਦੇ ਜੀ ਸਾਡੀ ਸੁਣਦਾ ਹੀ ਕੋਈ ਨਹੀਂ। अच्छा, अगर हम पड़ोसी वाले की बात करें, उनके फाइनेंशियल सेक्रेटरी कौन है? ਉਹਨਾਂ ਦੇ ਇਸ ਵੇਲੇ ਤੇ शरद सेकरी जी ने वो इलेक्शन लड़े सी। मिलजुल कर आप दोनों है, जब दोनों साथ तो हैं, जब अकाली बीजेपी मिलकर सरकार बना सकती है और सरकार ही का ही उपक्रम है दोनों, तो मिल के बॉडी एक काम करे, एक ही बॉडी सर्वे सारा कुछ हो और उसमें सारा कुछ हो, ऐसा क्यों नहीं हो जाता? ਸਾਰੇ ਜੋ ਚੱਲ ਰਿਹਾ ਹੈ ਤੇ ਸਾਡੀ ਕਲੱਬ ਦੀ ਹੋਂਦ ਖਤਮ ਕਰ ਦੇਣਗੇ। ਜਦ ਇੱਕ ਕਲੱਬ ਨੂੰ ਚਲਾਉਣ ਲਈ ਇੱਕ ਸੰਸਥਾ ਚਾਹੀਦੀ ਹੁੰਦੀ ਹੈ, ਔਰ ਸੰਸਥਾ ਦੇਣ ਨੂੰ ਨਹੀਂ ਤਿਆਰ ਹੈਗੇ। ਇੱਕ ਡੈਮੋਕ੍ਰੈਟਿਕ ਰਾਈਟ ਹੈ ਮੈਂਬਰਸ ਦਾ ਕਿ ਮੈਂਬਰਾਂ ਨੂੰ ਡੈਮੋਕ੍ਰੈਟਿਕ ਰਾਈਟ ਮਿਲੇ। मेरे कहने का भाव, फिर आपने उसी प्रतिक्रिया की, मैंने जो कहा आपने वो बता दिया जी। यानी कि एक साजिश के तहत चुनाव नहीं करवाए जा रहे हैं और इसमें कहीं ना कहीं चुनाव ना करवाने के पीछे ऐसे लोगों का हाथ है जिनका शहर के गणमान्य और अमीर घरानों के साथ साथ ऐसे प्रॉपर्टी से जुड़े लोगों या अलग अलग मामले, उनसे हाथ उनके सने हुए हैं। मैं इस बारे मैं की कमाल लोगी समझदार ने, लोगों को नहीं पता कि देखो एक सैकटरी अखबारां 'ਚ खबरां आ रही हैं, एक सैकटरी मैंबਰਾਂ ਨੂੰ ਆਪਣੇ ਕਹਿ ਰਿਹਾ ਕਿ ਜੀ मैं डीसी ऑफिस भेज ਰਿਹਾ, लेकिन ਉੱਥੋਂ इलेक्शन ਦਾ अप्रूवल नहीं आ रही। साल हो गया तो लोग बेवकूफ़ थोड़ा ने, लोग सब समझदार ने। हमारे पास भी सोर्स हैं और हम आपको बता रही है, जो दोनों बॉडी आपकी हैं, इनको तिकड़ी चला रही है। और वो तिकड़ी क्या है, हमें सबूत आने दीजिए, हम तिकड़ी का उसका भी नाम उजागर करेंगे। लेकिन आपने इतना सब कुछ किया, उसके बावजूद अभी भी इलेक्शन तो हो नहीं रहे, तो हाई कोर्ट आप क्यों नहीं जाते? बिल्कुल जी, बिल्कुल तैयारी कर ली है। मैं आज ओपनली कह रहा, मैं तैयारी कर चुका। मेरे लॉयर नाल मेरी बिल्कुल राबते 'ਚ मैं, और वो तो मैनू कह रहे हैं कि सवेरे चलो चंडीगढ़, लेकिन मैं चाहता कि नहीं यार, अपना एक क्लब है, ਅਸੀਂ ਇਹਨੂੰ ਇਸ ਸਟੇਜ ਤੇ ਨਹੀਂ ਲੈ ਜਾਣਾ ਕਿ ਆਪਾਂ ਇਹਨੂੰ ਉਛਾਲੀਏ। ਅਸੀਂ ਤਾਂ ਚਾਹੁੰਦੇ ਕਿ ਯਾਰ ਸਾਨੂੰ ਇਹ ਵੀ ਮਜਬੂਰੀ ਨਾਲ ਹੀ ਨਿਊਜ਼ ਦੇਣੀ ਪੈ ਰਹੀ ਹੈ ਅਖਬਾਰ ਦੇ ਵਿੱਚ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ, ਕਿਉਂਕਿ ਬੱਚਾ ਰੋਏਗਾ ਨਹੀਂ ਤੇ ਮਾਂ ਵੀ ਦੁੱਧ ਨਹੀਂ ਦਿੰਦੀ। बड़ी सीधी जी गल है, डी साहब साड़ी मां ने। अच्छा, और एक बात बताएं हम आपको, हो सकता है आप पर आरोप लगे कि नहीं भाई ये अब यही सही नहीं थे, इसलिए हमने उनको ऐसा कुछ किनारे किया, ऐसा भी आरोप आप पर लग सकते हैं। ਇਹੋ ਤਾਂ ਹੁੰਦਾ ਹਿੰਦੁਸਤਾਨ 'ਚ, ਜਿਹੜਾ ਬੰਦਾ ਸੱਚ ਬੋਲਦਾ ਔਰ ਆਰੋਪ ਉੱਤੇ ਹੀ ਲੱਗਦੇ ਨੇ। ਹੋ ਸਕਦਾ ਮੈਂ ਇਹ ਤਾਂ ਹੈਗਾ, ਪਰ ਇਹ ਕੁਝ ਨਹੀਂ ਵਿਗਾੜ ਸਕਦੇ। ਕਿਉਂ ਨਹੀਂ ਵਿਗਾੜ ਸਕਦੇ? ਕਿਉਂਕਿ ਆਪਾਂ ਕੁਝ ਕੀਤਾ ਹੀ ਨਹੀਂ, ਤੇ ਆਪਾਂ ਦਿਲੋਂ ਸੱਚੇ ਹਾਂ।
ਔਰ ਸੱਚ ਦਾ ਦੂਸਰਾ ਨਾਂ ਪਰਮਾਤਮਾ ਹੈ। ਪਰਮਾਤਮਾ ਸਾਡੇ ਨਾਲ ਹੈ, ਇਹਨਾਂ ਨਾਲ ਨਹੀਂ ਗਾ। ਝੂਠੇ ਨਾਲ ਕਦੀ ਪਰਮਾਤਮਾ ਹੈ। ਜਿਹੜਾ ਮਰਜ਼ੀ ਆ ਜਾਵੇ, दागदार ला के धावे दाग मेरे कॉलर दे। अच्छा, एक बात बताइएगा, जब मान लीजिए आप हाई कोर्ट जाते हैं तो पार्टी कौन कौन बनेगा? मैं इस गल दा एक जवाब पार्टी कौन बनेगा? दसना जी, इस गल दा मैं पहला जवाब दे दा जेड़ा तुसी पहला कहे हो कि ये आरोप लाने की कोशिश अज तो हो चुकी है। इन्होंने अखबारां च कढ़ाता सी कि जी ये बड़ा कुछ गड़बड़ हो गई, फलान हो गया, ढींग हो गया। मैं कहा गड़बड़ हो गई तो छानबीन कराओ CID दी। CID नूं दिओ ना मुद्दा, साबित करो कि रोहित लखनपाल ने कोई पैसा इधर उधर किया। वो मैं कहा क्लब तो छड़नी, बाद में शहर ही छड़ जाऊंगा। और दसो। अच्छा, एक बात फिर तय है कि आप अकेले रिजाइन दिया, इसका मतलब आपके साथ जिन्होंने आना था वो आ चुके, जिन्होंने नहीं आना था वो नहीं आए, लेकिन जो 1500 सदस्य हैं वो कहीं ना कहीं यही चाहते हैं आप उनके साथ हैं। 1500 ਦੇ 15 सदस्य मेरे नाल ने, ਮੈਨੂੰ ਇੰਨਾ ਪਤਾ ਹੈ। ਸਭ ਮੇਰੇ ਕੋਲ WhatsApp ਆਉਂਦੇ ਨੇ, ਸਭ ਮੇਰੇ ਕੋਲ ਫੋਨ ਆਉਂਦੇ ਨੇ, ਲੇਕਿਨ ਹੁਣ ਸਾਹਮਣੇ ਅਹੁਦੇਦਾਰ ਹੈਗੇ ਨੇ ਨਾ, ਉਹਨਾਂ ਨਾਲ ਪੰਗਾ ਕੌਣ ਲਵੇ? ਸਭ ਪਬਲਿਕ ਡਰਦੀ ਹੈ। पब्लिक डरती है। अरे इतनी बड़ी क्लब के मेंबर और अमीर घरानों से लोग, ये लोग डरते हैं, सब डरते हैं। किसी ने झंडा चुकना पड़ेगा ना, इंसाफ। अच्छा, ये बता दीजिए, अब इस समय इलेक्शन अगर नहीं हो रहे हैं तो कौन कौन संभाल रहा है आपके इधर हेरिटेज क्लब को, कौन संभाल रहा है? 15 ਦਿਨ ਪਹਿਲਾਂ ਤੱਕ ਤੇ ਮੈਂ ਸੰਭਾਲਦਾ ਪਿਆ ਸੀ। ਬੜੀ ਸਿੱਧੀ ਜੀ ਗੱਲ ਹੈ, ਕਿਉਂਕਿ DC ਸਾਹਿਬ ਨੇ ਮੈਨੂੰ ਕਿਹਾ ਸੀ ਕਿ ਜੀ ਆਪਾਂ ਇਲੈਕਸ਼ਨ ਕਰਾ ਰਹੇ ਹਾਂ, ਠੀਕ ਹੈ। ਔਰ 15 ਦਿਨ ਬਾਅਦ ਜਦੋਂ ਮੈਨੂੰ ਫੇਰ ਖਣਕੀ ਕਿ ਨਹੀਂ ਯਾਰ ਇਹਨਾਂ ਨੇ ਕੁਝ ਨਹੀਂ ਕਰਨਾ, ਮੈਂ DC ਸਾਹਿਬ ਨੂੰ ਇੱਕ ਹੋਰ ਚਿੱਠੀ ਕੱਢੀ ਲਾਸਟ 15 ਦਿਨ ਪਹਿਲਾਂ। ਔਰ ਉਹਦੇ 'ਚ ਮੈਂ ਫਿਰ 4 ਦਸੰਬਰ ਦਾ ਸ਼ਡਿਊਲ ਬਣਾ ਕੇ ਭੇਜਿਆ ਕਿ DC ਸਾਹਿਬ, SDM ਸਾਹਿਬ ਨੇ ਆਪਣੀ ਰਿਪੋਰਟ ਮੈਨੂੰ ਪਤਾ ਲੱਗਾ ਤੁਹਾਨੂੰ ਭੇਜ ਦਿੱਤੀ ਹੈ, ਔਰ ਸਾਡੀ ਰਿਕਮੈਂਡੇਸ਼ਨ ਵਿਦ ਰਿਕਮੈਂਡੇਸ਼ਨ ਭੇਜੀ ਹੈ ਕਿ ਇਲੈਕਸ਼ਨ ਹੋਣੇ ਚਾਹੀਦੇ ਨੇ, ਜੋ ਸਾਡਾ ਕਨਸਟੀਟਿਊਸ਼ਨ ਕਹਿੰਦਾ। मैं तो सीधी गल जानना, 2 साल बाद इलेक्शन होने चाहिए, कॉन्स्टिट्यूशन च लिखा है। 12 साल हो गए इलेक्शन नहीं हुई, तो आप सबसे बड़ी बात है कि कानून नहीं मानता हेरिटेज क्लब। और हेरिटेज क्लब की बात करें तो जो हमारे साथ रोहित लखनपाल जी हैं, कहीं ना कहीं ये भी सेक्रेटरी रहे हैं और कई सालों तक इन्होंने चलाया है, लेकिन ये बार बार मांग करते हैं कि चुनाव हो, क्योंकि जब ये कहते हैं कि मैंने इस्तीफ़ा दे दिया, यानी कि अपना पदभार छोड़ दिया, उसके बाद में चुनाव क्यों नहीं हुआ, तो इसके लिए अगर ज़रूरत पड़े तो हाईकोर्ट भी जाएंगे। लेकिन सबसे बड़ा सवाल है कि डिप्टी कमिश्नर आखिर चुनाव क्यों नहीं करवाना चाहते? भाई हेरिटेज क्लब की, हेरिटेज क्लब है, चुनाव करवाइए। डिप्टी कमिश्नर, सबसे बड़ा सवाल ये भी कि अगर डिप्टी कमिश्नर द्वारा चलाए जाने वाली संस्था कानून नहीं मानती तो फिर कौन मानेगा कानून? 2 साल बाद इलेक्शन होने चाहिए। कानूनी तौर पर कहीं ना कहीं हेरिटेज क्लब के चलाने में अगर प्रधान डिप्टी कमिश्नर भी बन सकते हैं हाई कोर्ट में पार्टी। जी हाँ, हाई कोर्ट में डिप्टी कमिश्नर भी पार्टी बन सकते हैं, क्योंकि इन्होंने नहीं करवाया चुनाव और कानून की उड़ी धज्जियाँ। तो ये इस मामले में अगर हाई कोर्ट ये केस पहुंचता है और रोहित लखनपाल लेकर पहुंचते हैं और इनके साथ इनका कहना कि 1500 उनके साथ जो इनके मेंबर हैं उनके साथ हैं, सच्चाई की जीत होगी, इसके लिए इन्होंने लड़ाई कर दी है तेज। और डिप्टी कमिश्नर, सबसे बड़ा सवाल आखिर क्यों नहीं करवाना चाहते चुनाव? उनकी क्या है आखिर मंशा और किन के इशारों पर नहीं हो रहे हैं चुनाव? तो ये बात साफ है, क्योंकि बात साफ है जिस तरह से मैं अमृतसर गेम्स एसोसिएशन के पिछले दिनों चुनाव हुए और कानून को ताक पर रखकर कितने जल्दी फटाफट चुनाव हुए कि शायद ये सबसे बड़ी चुनावी रणनीति रही होगी कि इतने जल्दी चुनाव, और वो भी बिना मेंबरों की वोटिंग के। कई मेंबर तो गायब। जी हाँ, जिनको प्रधान बनाना था बनाया, जिनको जो बनाना था बनाया, लेकिन बना दिया हम सभी को अप्रैल फूल। क्योंकि अप्रैल फूल इसलिए क्योंकि ये जो क्लब है, ये क्लब में जितने भी खिलाड़ी हैं, अब ये कमर्शियल तौर पर अगर आम खिलाड़ी, गरीब का बच्चा भी शायद आने वाले दिनों में इन मैच नहीं खेल सकेगा, क्योंकि ये सब पेड होगा। पेड की कहानी के पीछे पेड यही है कि अब कहीं ना कहीं जगह ज़्यादा है, निगम की है, लेकिन करोड़ों की आमदन वाली जगह पर कब्जा कर कुछ एकेडमी खोलकर, कुछ स्टेडियम बनाकर अमृतसर में खेल के नाम पर पैसा कमाने की ये सबसे बड़ा, ये जो व्यापारिक तौर पर ये जो रणनीति बनाई गई है, जो स्क्रिप्ट लिखी गई है, इसे किसी मज़ेदार खिलाड़ी ने लिखा है, और वो खिलाड़ी कौन है हाई कोर्ट सब पता चल जाएगा। तो बहुत बहुत धन्यवाद आपका जी, हमारे साथ रोहित लखनपाल जी। आगे कुछ कहना चाहते हैं आप? आपके इस समर्थन में अगर आप सच्चे हैं और अगर आप झूठे हैं, दोनों की तरफ से आप कहिए कि आप प्रतिक्रिया अपनी दीजिए। बिल्कुल, मैं तो जी हथ जोड़ के फिर भी अपने प्रधान जी ਨੂੰ रिक्वेस्ट करांगा कि क्लब ਦੇ ਇਲੈਕਸ਼ਨ कराए जान, क्योंकि क्लब एक इलैक्शन ही ਇਹੋ ਜਿਹਾ ਪ੍ਰੋਸੈਸ ਹੈ ਜਿਸ ਨਾਲ ਡੈਮੋਕ੍ਰੈਟਿਕ ਪ੍ਰੋਸੈਸ ਹੈ, ਜਿਹੜੇ ਲੋਕ ਚੁਣ ਕੇ ਆਣਗੇ। ਮੇਰੇ ਕੋਲੋਂ ਜੇ ਕਿਸੇ ਨੂੰ ਖਤਰਾ ਲੱਗਦਾ ਨਾ ਕਿ ਜੀ ਵੀ ਇਹ ਬੰਦਾ ਨਹੀਂ ਦੁਬਾਰਾ ਆਉਣਾ ਚਾਹੀਦਾ, ਤੇ ਮੇਰੇ ਕੋਲ ਲਾ ਲਓ, ਮੈਂ ਆਂਦਾ ਹੀ ਨਹੀਂ, ਮੈਂ ਇਲੈਕਸ਼ਨ ਹੀ नहीं लड़ता। ਉਹ ਇਲੈਕਸ਼ਨ ਤੇ कराओ, इलेक्शन तो कराओ, मुझे कोई स्वार्थ नहीं है। तो रोहित लखनपाल दे चुके हैं इस्तीफ़ा और मामला है अमृतसर के सबसे ताजी, मतलब 1995 में बनी क्लब हेरिटेज क्लब का। तो स्पेशल रिपोर्ट सुखविंदर कोहली के साथ सफर शुक्ला, जय हिंद जय भारत।